TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੀ ਸਾਰ ਲਈਏ। ਡਾਕਟਰਾਂ ਨੂੰ ਮਿਲੀ ਵੱਡੀ ਸਫਲਤਾ, ਸੂਰ ਦੀ ਕਿਡਨੀ ਦਾ ਮਨੁੱਖੀ ਸਰੀਰ ਵਿੱਚ ਸਫਲ ਟ੍ਰਾਂਸਪਲਾਂਟ। ਵਿਨੀਪੈਗ ਵਿੱਚ ਡਾਕਟਰ ਗੁਲਜ਼ਾਰ ਚੀਮਾ ਦੇ ਨਾਂ ਤੇ ਇੱਕ ਸੜਕ ਦਾ ਰੱਖਿਆ ਗਿਆ ਨਾਮ। ਸਿੰਘੂ ਸਰਹੱਦ ਤੇ ਹੋਏ ਲਖਬੀਰ ਕਤਲकांड ਵਿੱਚ ਇੱਕ ਹੋਰ ਪਰਤ ਖੁੱਲੀ। ਕੇਂਦਰੀ ਮੰਤਰੀਆਂ ਦੇ ਨਾਲ ਤਸਵੀਰਾਂ ਵਿੱਚ ਨਜ਼ਰ ਆਉਣ ਵਾਲਾ ਨਿਹੰਗ ਸਿੰਘ ਅਸਲ ਵਿੱਚ ਹੈ ਕੌਣ, ਕਰਾਂਗੇ ਖੁਲਾਸਾ। ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਆਇਆ ਤੂਫਾਨ ਅਤੇ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਦੀ ਮੁੜ ਤੋਂ ਕੀਤੀ ਝਾੜ ਝੰਬ। ਦੋਸਤੋ ਇਹ ਕੁਝ ਖਬਰਾਂ, ਇਹ ਕੁਝ ਜਾਣਕਾਰੀਆਂ ਤੁਹਾਡੇ ਹਵਾਲੇ ਕਰਾਂਗਾ। ਇਹਦੇ ਤੋਂ ਪਹਿਲਾਂ ਕਿ ਇਧਰ ਨੂੰ ਵਧਾਂ, ਪਹਿਲਾਂ ਤੁਹਾਡਾ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ। ਉਹਦਾ ਕਾਰਨ ਇਹ ਕਿ ਕੱਲ ਆਪਣੀ 500ਵੀਂ ਕਿਸ਼ਤ ਸੀ। ਅੱਜ ਤੱਕ ਆਪਾਂ ਇੱਕ ਇੱਕ ਕਰਕੇ 500 ਕੜੀਆਂ ਤੁਹਾਡੇ ਰੂਬਰੂ ਕਰ ਚੁੱਕੇ ਹਾਂ ਅਤੇ ਦੂਸਰਾ YouTube ਬਟਨ ਜਿਹੜਾ 1 ਲੱਖ ਸਬਸਕ੍ਰਾਈਬਰ ਹੋਣ ਤੋਂ ਬਾਅਦ YouTube ਦੇ ਵੱਲੋਂ ਭੇਜਿਆ ਜਾਂਦਾ ਹੈ, ਉਹ ਆਪਣੇ ਤੱਕ ਪੁੱਜ ਚੁੱਕਿਆ। ਉਹਦੇ ਵਾਸਤੇ ਤੁਹਾਡਾ ਸਭਨਾਂ ਦਾ ਤਹਿ ਦਿਲੋਂ ਧੰਨਵਾਦ। ਤੇ ਦੂਸਰੀ ਬੇਨਤੀ ਇਹ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ। ਤੁਹਾਡਾ ਤਹਿ ਦਿਲੋਂ ਧੰਨਵਾਦ ਕਰਾਂਗਾ। ਤੇ ਜੇਕਰ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਆਓ ਮਨੁੱਖੀ ਇਤਿਹਾਸ ਦੇ ਵਿੱਚ ਵੱਡੀ ਖਬਰ ਆਖੀ ਜਾ ਸਕਦੀ ਹੈ। ਵਿਗਿਆਨੀਆਂ ਨੇ ਦਰਅਸਲ ਇੱਕ ਸੂਰ ਦੀ ਕਿਡਨੀ ਮਨੁੱਖੀ ਸਰੀਰ ਦੇ ਵਿੱਚ ਟ੍ਰਾਂਸਪਲਾਂਟ ਕੀਤੀ ਹੈ ਅਤੇ ਸਫਲਤਾ ਮਿਲ ਗਈ ਹੈ। ਸਾਰੇ ਟੈਸਟਾਂ ਤੋਂ ਬਾਅਦ ਹੁਣ ਡਾਕਟਰਾਂ ਨੇ ਦੱਸਿਆ ਕਿ ਸੂਰ ਦੀ ਕਿਡਨੀ ਮਨੁੱਖੀ ਸਰੀਰ ਦੇ ਵਿੱਚ ਸੁਚਾਰੂ ਢੰਗ ਦੇ ਨਾਲ ਕੰਮ ਕਰ ਰਹੀ ਹੈ ਅਤੇ ਇਸ ਟ੍ਰਾਂਸਪਲਾਂਟ ਨੂੰ ਵਿਗਿਆਨੀਆਂ ਨੇ, ਡਾਕਟਰਾਂ ਨੇ ਸਫਲ ਦੱਸਿਆ ਤੇ ਇਹ ਜਿਹੜੀ ਸਫਲਤਾ ਅਮਰੀਕੀ ਡਾਕਟਰਾਂ ਨੂੰ ਮਿਲੀ ਹੈ। ਹੁਣ ਤੁਸੀਂ ਦੇਖੋ ਕਿ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਮਨੁੱਖੀ ਅੰਗਾਂ ਦੀ ਕਮੀ ਦੇ ਨਾਲ ਜੂਝ ਰਹੇ ਨੇ। ਜੇ ਸੱਚਮੁੱਚ ਇੰਜ ਹੋਣ ਲੱਗ ਪਿਆ ਤਾਂ ਇਹ ਕਮੀ ਦੂਰ ਹੋ ਸਕਦੀ ਹੈ। ਇਹ ਮੈਂ ਦੱਸ ਦਿਆਂ ਕਿ ਪਹਿਲੀ ਵਾਰੀ ਸੰਭਵ ਹੋਇਆ ਜਦੋਂ ਮਨੁੱਖੀ ਸਰੀਰ ਦੇ ਵਿੱਚ ਕਿਸੇ ਹੋਰ ਜਾਨਵਰ ਦੀ ਕਿਡਨੀ ਦਾ ਸਫਲ ਟ੍ਰਾਂਸਪਲਾਂਟ ਕੀਤਾ ਗਿਆ ਹੋਵੇ। ਹਾਲਾਂਕਿ ਪਹਿਲਾਂ ਪ੍ਰਯੋਗ ਬਥੇਰੇ ਕੀਤੇ ਜਾਂਦੇ ਰਹੇ, ਪਰ ਮਨੁੱਖੀ ਸਰੀਰ ਦੇ ਵਿੱਚ ਇੱਕ ਪ੍ਰਤੀਰੋਧੀ ਪ੍ਰਣਾਲੀ ਹੈ, ਉਹ ਕਿਸੇ ਬਾਹਰਲੇ ਅੰਗ ਨੂੰ ਛੇਤੀ ਸਵੀਕਾਰ ਨਹੀਂ ਕਰਦੀ, ਖਾਸ ਕਰਕੇ ਕਿਸੇ ਹੋਰ ਜਾਨਵਰ ਦੇ ਅੰਗ ਨੂੰ। ਟ੍ਰਾਂਸਪਲਾਂਟ ਕੀਤੇ ਜਾਂਦੇ ਰਹੇ ਨੇ ਪਰ ਅਸਫਲ ਹੁੰਦੇ ਰਹੇ ਨੇ। ਪਰ ਇਹ ਪਹਿਲੀ ਵਾਰੀ ਹੋਇਆ ਜਦੋਂ ਸੂਰ ਦੀ ਕਿਡਨੀ ਨੂੰ ਸਫਲਤਾਪੂਰਵਕ ਮਨੁੱਖੀ ਸਰੀਰ ਦੇ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ ਹੋਵੇ ਅਤੇ ਮਨੁੱਖੀ ਸਰੀਰ ਨੇ ਇਹਨੂੰ ਸਫਲਤਾਪੂਰਵਕ ਅਪਣਾ ਵੀ ਲਿਆ ਹੋਵੇ। ਇਹ ਸਾਰੀ ਜਾਂਚ, ਇਹ ਸਾਰੀ ਪ੍ਰਕਿਰਿਆ ਨਿਊਯਾਰਕ ਸਿਟੀ ਦੇ ਵਿੱਚ NYU ਲੈਂਗੇਨ ਹੈਲਥ ਵਿੱਚ ਇੱਕ ਸੂਰ ਦਾ ਪਹਿਲਾਂ ਟੈਸਟ ਕੀਤਾ ਗਿਆ, ਫਿਰ ਉਹਦੇ ਜੀਨਸ ਬਦਲੇ ਗਏ ਤਾਂ ਜੋ ਮਨੁੱਖੀ ਸਰੀਰ ਦੇ ਜਦੋਂ ਅਸੀਂ ਅੰਦਰ ਟ੍ਰਾਂਸਪਲਾਂਟ ਕਰਨਾ ਹੈ, ਮਨੁੱਖੀ ਸਰੀਰ ਇਸ ਬਾਹਰਲੇ ਅੰਗ ਨੂੰ ਰੱਦ ਨਾ ਕਰੇ। ਫਿਰ ਸੂਰ ਦੇ ਗੁਰਦੇ ਨੂੰ ਬ੍ਰੇਨ ਡੈਡ ਮਰੀਜ਼ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ। ਦਰਅਸਲ ਡਾਕਟਰਾਂ ਨੇ ਦੱਸਿਆ ਕਿ ਬ੍ਰੇਨ ਡੈਡ ਮਰੀਜ਼ ਦੀ ਕਿਡਨੀ ਨੇ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਲਾਈਫ ਸਪੋਰਟ ਸਿਸਟਮ ਨੂੰ ਹਟਾਉਣ ਤੋਂ ਪਹਿਲਾਂ ਟੈਸਟ ਦੀ ਡਾਕਟਰਾਂ ਨੂੰ ਆਗਿਆ ਦੇ ਦਿੱਤੀ ਸੀ। ਡਾਕਟਰਾਂ ਨੇ ਦੱਸਿਆ ਕਿ ਸੂਰ ਦੀ ਕਿਡਨੀ ਮਨੁੱਖੀ ਸਰੀਰ ਦੀਆਂ ਖੂਨ ਦੀਆਂ ਨਾੜੀਆਂ ਨਾਲ 3 ਦਿਨਾਂ ਤੱਕ ਜੁੜੀ ਹੋਈ ਸੀ ਅਤੇ ਜਦੋਂ ਸਫਲ ਨਤੀਜੇ ਦੇਖੇ ਗਏ ਤਾਂ ਗੁਰਦੇ ਦਾ ਟ੍ਰਾਂਸਪਲਾਂਟ ਕੀਤਾ ਗਿਆ। US ਵਿੱਚ ਯੂਨਾਈਟਿਡ ਨੈਟਵਰਕ ਫਾਰ ਆਰਗਨ ਸ਼ੇਅਰ ਦੇ ਅਨੁਸਾਰ ਦੁਨੀਆ ਭਰ ਵਿੱਚ 1,07,000 ਲੋਕ ਅੰਗ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਨੇ ਅਤੇ ਲਗਭਗ 90,000 ਲੋਕ ਉਹ ਨੇ ਜੋ ਸਿਰਫ ਤੇ ਸਿਰਫ ਕਿਡਨੀ ਟ੍ਰਾਂਸਪਲਾਂਟ ਚਾਹੁੰਦੇ ਨੇ। ਕਿਡਨੀ ਟ੍ਰਾਂਸਪਲਾਂਟ ਲਈ ਔਸਤਨ ਉਡੀਕ ਅੱਜ ਜੇਕਰ ਕਿਸੇ ਨੂੰ ਕਿਡਨੀ ਚਾਹੀਦੀ ਹੈ, ਲਗਭਗ 3 ਤੋਂ 5 ਸਾਲ ਉਸ ਨੂੰ ਉਡੀਕ ਕਰਨੀ ਪੈਂਦੀ ਹੈ। ਕਈਆਂ ਨੂੰ ਇਹ ਮਿਲ ਜਾਂਦੀ ਹੈ ਅਤੇ ਕਈਆਂ ਦਾ ਇਹ ਟ੍ਰਾਂਸਪਲਾਂਟ ਹੋ ਨਹੀਂ ਪਾਉਂਦਾ। ਪਰ ਸੱਚਮੁੱਚ ਜੇਕਰ ਆਹ ਟ੍ਰਾਂਸਪਲਾਂਟ ਸਫਲ ਹੋ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਕਿ ਵਿਗਿਆਨ ਇਸ ਤਰ੍ਹਾਂ ਦੀਆਂ ਕੁਝ ਹੋਰ ਚੰਗੀਆਂ ਖਬਰਾਂ ਵੀ ਮਨੁੱਖਤਾ ਨੂੰ ਦੇਵੇ। ਸੱਚਮੁੱਚ ਇਹ ਵੱਡੀ ਖਬਰ ਹੈ। ਮਨੁੱਖੀ ਜ਼ਿੰਦਗੀਆਂ ਹੋ ਸਕਦਾ ਹੋਰ ਬਚ ਜਾਣ। ਤੇ ਹੁਣ ਸਾਡੇ ਸ਼ਹਿਰ ਦੇ ਡਾਕਟਰ ਗੁਲਜ਼ਾਰ ਚੀਮਾ ਨੇ, ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਨੇ, ਪੋਲੀਟੀਸ਼ੀਅਨ ਵੀ ਨੇ, ਪੇਸ਼ੇ ਵਜੋਂ ਇੱਕ ਡਾਕਟਰ ਵੀ ਨੇ। ਉਹਨਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਵਿਨੀਪੈਗ ਸਿਟੀ ਕੌਂਸਲ ਦੇ ਵੱਲੋਂ ਕੈਨੇਡਾ ਦੇ ਵਿੱਚ
ਚੁਣੇ ਜਾਣ ਵਾਲੇ ਭਾਰਤੀ ਮੂਲ ਦੇ ਪਹਿਲੇ ਐਮਐਲਏ ਡਾਕਟਰ ਗੁਲਜ਼ਾਰ ਚੀਮਾ ਦੇ ਨਾਂ ਤੇ ਉੱਥੇ ਇੱਕ ਸੜਕ ਦਾ ਨਾਮ ਰੱਖ ਦਿੱਤਾ ਗਿਆ ਹੈ, ਡਾਕਟਰ ਗੁਲਜ਼ਾਰ ਚੀਮਾ ਸਟਰੀਟ। ਇਸ ਸੰਬੰਧੀ ਵਿਨੀਪੈਗ ਸਿਟੀ ਕੌਂਸਲ ਦੀ ਸਪੀਕਰ ਨੇ ਜਾਣਕਾਰੀ ਦਿੱਤੀ ਹੈ ਕਿ ਡਾਕਟਰ ਗੁਲਜ਼ਾਰ ਚੀਮਾ ਦੀਆਂ ਵਿਨੀਪੈਗ ਸ਼ਹਿਰ ਅਤੇ ਕਮਿਊਨਿਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਉੱਥੋਂ ਦੇ ਕੌਂਸਲ ਨੇ ਇਹ ਫੈਸਲਾ ਕੀਤਾ। ਇਸ ਸੰਬੰਧੀ ਸਿਟੀ ਦੇ ਵੱਲੋਂ ਜਿਹੜਾ ਸਟਰੀਟ ਦਾ ਨਾਮ ਰੱਖਿਆ ਗਿਆ ਉਹਦੇ ਪ੍ਰਤੀ ਸਮਾਗਮ ਕੀਤਾ ਜਾਊ 23 ਅਕਤੂਬਰ ਦਿਨ ਸ਼ਨੀਚਰਵਾਰ ਨੂੰ ਬਾਅਦ ਦੁਪਹਿਰ 2 ਵਜੇ ਕਮਰਸ਼ੀਅਲ ਐਵਨਿਊ ਚੀਮਾ ਡਰਾਈਵ ਵੈਸਟ ਆਫ ਐਡਵਰਡ ਸਟਰੀਟ ਦੇ ਉੱਪਰ ਇਹ ਨਾਮ ਰੱਖ ਦਿੱਤਾ ਗਿਆ ਹੈ। ਦੱਸਣਾ ਬਣਦਾ ਕਿ ਅੱਜ ਕੱਲ੍ਹ ਡਾਕਟਰ ਗੁਲਜ਼ਾਰ ਚੀਮਾ ਸਰੀ ਵਿੱਚ ਰਹਿੰਦੇ ਨੇ। ਪਹਿਲਾਂ ਲੰਬਾ ਸਮਾਂ ਉਹ ਵਿਨੀਪੈਗ ਵਿੱਚ ਰਹਿੰਦੇ ਰਹੇ ਤੇ ਬਾਅਦ ਦੇ ਵਿੱਚ ਪਰਿਵਾਰ ਸਮੇਤ ਉਹ ਸਰੀ ਦੇ ਵਿੱਚ ਆ ਗਏ ਸਨ। ਉੱਥੋਂ ਦੇ ਕਿਲਡੋਨਨ ਇਲਾਕੇ ਤੋਂ ਪਹਿਲੀ ਵਾਰੀ 1988 ਦੇ ਵਿੱਚ ਉਹਨਾਂ ਨੇ ਐਮਐਲਏ ਵਜੋਂ ਲਿਬਰਲ ਪਾਰਟੀ ਦੀ ਟਿਕਟ ਤੇ ਚੋਣ ਲੜੀ ਸੀ ਤੇ ਜਿੱਤ ਗਏ ਸੀ। ਉਹ ਕੈਨੇਡਾ ਦੀ ਕਿਸੇ ਵਿਧਾਨ ਸਭਾ ਦੇ ਵਿੱਚ ਪਹੁੰਚਣ ਵਾਲੇ ਪਹਿਲੇ ਵਿਧਾਇਕ ਸਨ ਜਿਹੜੇ ਪੰਜਾਬੀ ਮੂਲ ਦੇ ਸੀ। ਬਾਅਦ ਵਿੱਚ ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਆਏ ਤੇ ਇੱਥੇ 2001 ਦੇ ਵਿੱਚ ਮੁੜ ਵਿਧਾਇਕ ਬਣੇ, ਫਿਰ ਸਿਹਤ ਮੰਤਰੀ ਵੀ ਬਣੇ। ਉਹਦੇ ਤੋਂ ਬਾਅਦ ਉਹਨਾਂ ਨੇ ਫੈਡਰਲ ਪਾਰਟੀ ਨੂੰ ਜੁਆਇਨ ਕੀਤਾ ਤੇ ਅੱਜ ਕੱਲ੍ਹ ਵੀ ਜਸਟਿਨ ਟਰੂਡੋ ਦੇ ਨੇੜਲੇ ਸਾਥੀਆਂ ਵਿੱਚ ਉਹ ਸ਼ਾਮਲ ਨੇ। ਪਿਛਲੀਆਂ ਚੋਣਾਂ ਵਿੱਚ ਵੀ ਤੇ ਜਿਹੜੀਆਂ ਆਹ ਚੋਣਾਂ ਕੁਝ ਮਹੀਨੇ ਪਹਿਲਾਂ ਲੰਘ ਕੇ ਗਈਆਂ ਨੇ, ਲਿਬਰਲ ਪਾਰਟੀ ਜਿਹੜੀ ਜਸਟਿਨ ਟਰੂਡੋ ਵਾਲੀ ਪਾਰਟੀ ਆ ਉਹਦੇ ਬਹੁਤ ਵੱਡੇ ਕੈਨੇਡਾ ਦੇ ਵਿੱਚ ਫੰਡ ਰੇਜ਼ਰ ਨੇ, ਪੈਸੇ ਧੇਲੇ ਦਾ ਪ੍ਰਬੰਧ ਕਰਕੇ ਦੇਣ ਵਾਲਿਆਂ ਵਿੱਚੋਂ ਡਾਕਟਰ ਗੁਲਜ਼ਾਰ ਚੀਮਾ ਇੱਕ ਨੇ। ਨਿੱਘੇ ਸੁਭਾਅ ਦੇ ਮਾਲਕ ਨੇ, ਕਮਿਊਨਿਟੀ ਦੇ ਹਰ ਇੱਕ ਕੰਮ ਦੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਨੇ। ਸੋ ਡਾਕਟਰ ਗੁਲਜ਼ਾਰ ਚੀਮਾ ਹੋਰਾਂ ਦੀ ਇਸ ਪ੍ਰਾਪਤੀ ਦੇ ਉੱਤੇ ਅਦਾਰਾ TVN ਦੇ ਵੱਲੋਂ ਉਹਨਾਂ ਨੂੰ ਮੁਬਾਰਕਾਂ ਪੇਸ਼ ਕੀਤੀਆਂ ਜਾਂਦੀਆਂ ਨੇ। ਤੇ ਅਗਲੀ ਖਬਰ ਹੈ ਜਿਹੜੀ ਉਹ ਸਿੰਘੂ ਸਰਹੱਦ ਤੇ ਕਤਲ ਹੋਇਆ ਦੁਸ਼ਹਿਰੇ ਵਾਲੀ ਸਵੇਰ, ਉਸ ਮਾਮਲੇ ਦੀਆਂ ਪਰਤਾਂ ਦਿਨ ਪ੍ਰਤੀ ਦਿਨ ਖੁੱਲ੍ਹਦੀਆਂ ਜਾ ਰਹੀਆਂ ਨੇ। ਕਤਲ ਹੋਇਆ ਸੀ ਪਿੰਡ ਚੀਮਾ ਕਲਾਂ ਦਾ ਲਖਬੀਰ ਸਿੰਘ ਟੀਟੂ। ਉਸ ਮਾਮਲੇ ਦੇ ਵਿੱਚ ਕਦੇ ਕੋਈ ਨਵੀਂ ਵੀਡੀਓ ਆ ਜਾਂਦੀ ਹੈ, ਕਦੇ ਕੋਈ ਫੋਟੋ, ਕਦੇ ਕੋਈ ਫੋਟੋਆਂ ਆ ਜਾਂਦੀਆਂ ਨੇ, ਪਰਤਾਂ ਖੁੱਲ੍ਹਦੀਆਂ ਜਾ ਰਹੀਆਂ ਨੇ। ਬੁੱਧਵਾਰ ਨੂੰ ਵਾਇਰਲ ਵੀਡੀਓ ਦੇ ਵਿੱਚ ਲਖਬੀਰ ਸਿੰਘ ਦੇ ਵੱਲੋਂ ਕੁਝ ਬੋਲੇ ਗਏ ਨੰਬਰ ਦੱਸੇ ਗਏ ਸੀ। ਕੁਝ ਕੁ ਸੈਕਿੰਡ ਦੀ ਵੀਡੀਓ ਸਾਹਮਣੇ ਆਈ ਸੀ। ਮੋਬਾਈਲ ਨੰਬਰ ਜਿਹੜਾ ਦੱਸਿਆ ਗਿਆ ਸੀ ਉਹ ਪਤਾ ਲੱਗਿਆ ਕਿ ਚੀਮਾ ਕਲਾਂ ਦੇ ਨਾਲ ਹੀ ਪੈਂਦਾ ਇੱਕ ਸਰਹੱਦੀ ਪਿੰਡ ਹਵੇਲੀਆਂ। ਚੀਮਾ ਕਲਾਂ ਦੇ ਨਾਲ ਨਾਲ ਹਵੇਲੀਆਂ ਪਿੰਡ ਵੀ ਚਰਚਾ 'ਚ ਆ ਗਿਆ। ਅਸਲ ਦੇ ਵਿੱਚ ਆਪਣੀ ਮੌਤ ਤੋਂ ਪਹਿਲਾਂ ਲਖਬੀਰ ਸਿੰਘ ਜਿਹੜਾ ਨੰਬਰ ਦੱਸਦੇ ਹੈ ਉਹ ਹਵੇਲੀਆਂ ਦੇ ਰਹਿਣ ਵਾਲੇ ਸਰਦਾਰ ਪ੍ਰਗਟ ਸਿੰਘ ਹੋਰਾਂ ਦਾ। ਹੁਣ ਲਖਬੀਰ ਸਿੰਘ ਦਾ ਕਤਲ ਹੋ ਗਿਆ। ਕਤਲ ਹੋਣ ਤੋਂ ਪਹਿਲਾਂ ਇੱਕ ਨੰਬਰ ਦੱਸਦਾ ਹੈ, ਉਹ ਨੰਬਰ ਨਿਕਲਿਆ ਪ੍ਰਗਟ ਸਿੰਘ ਪਿੰਡ ਹਵੇਲੀਆਂ ਵਾਲਿਆਂ ਦਾ। ਪਰ ਤੁਸੀਂ ਇਹ ਦੇਖੋ ਕਿ ਪ੍ਰਗਟ ਸਿੰਘ ਕਹਿੰਦਾ ਮੇਰਾ ਲਖਬੀਰ ਸਿੰਘ ਦੇ ਸਿੰਘੂ ਸਰਹੱਦ ਤੇ ਪਹੁੰਚਣ ਨਾਲ ਕੋਈ ਲੈਣ ਦੇਣ ਨਹੀਂ। ਭਾਵੇਂ ਲੈਣ ਦੇਣ ਨਹੀਂ, ਇਹ ਗੱਲ ਮੰਨਦੇ ਆ, ਪਰ ਸੱਚਮੁੱਚ ਜਾਂਚ ਦਾ ਵਿਸ਼ਾ ਜ਼ਰੂਰ ਬਣ ਗਿਆ। ਪਰ ਉਹਨਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਕੁਝ ਦਾਅਵੇ ਕੀਤੇ ਨੇ। ਉਹਨਾਂ ਨੇ ਜੋ ਕੁਝ ਦੱਸਿਆ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹ ਕਹਿੰਦੇ ਲਖਬੀਰ ਸਿੰਘ ਕੇਵਲ ਤੇ ਕੇਵਲ ਉਹਨਾਂ ਦੇ ਪਸ਼ੂਆਂ ਦੀ ਸੰਭਾਲ ਦਾ ਕੰਮ ਕਰਿਆ ਕਰਦਾ ਸੀ ਅਤੇ ਬੇਅਦਬੀ ਦੀ ਜਿਹੜੀ ਘਟਨਾ ਵਾਪਰੀ, ਜਿਸ ਦਾ ਜ਼ਿਕਰ ਵਾਰ-ਵਾਰ ਨਿਹੰਗ ਸਿੰਘ ਜਥੇਬੰਦੀਆਂ ਕਰ ਰਹੀਆਂ ਨੇ, ਨਿਹੰਗ ਸਿੰਘ ਕਰ ਰਹੇ ਨੇ, ਉਹ ਕਹਿੰਦੇ ਜਿੰਨਾ ਕੁ ਮੈਂ ਲਖਬੀਰ ਸਿੰਘ ਨੂੰ ਜਾਣਦਾ ਉਹ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਹੀਂ ਸੀ ਦੇ ਸਕਦਾ। ਪਿੰਡ ਹਵੇਲੀਆਂ ਦੇ ਰਹਿਣ ਵਾਲੇ ਨੇ, 40 ਕੁ ਵਰ੍ਹੇ ਉਮਰ ਹੈ ਪ੍ਰਗਟ ਸਿੰਘ ਹੋਰਾਂ ਦੀ। ਜਦੋਂ ਉਹਨਾਂ ਦੇ ਨਾਲ ਸਾਡੇ ਪੱਤਰਕਾਰਾਂ ਨੇ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੋਲ 6 ਏਕੜ ਆਪਣੀ ਜ਼ਮੀਨ ਹੈ, 4 ਏਕੜ ਉਹ ਠੇਕੇ ਤੇ ਲੈਂਦੇ ਨੇ, ਉਹ ਤੇ ਆਪਣੀ ਖੇਤੀਬਾੜੀ ਕਰਦੇ ਆ। ਇਹਦੇ ਤੋਂ ਇਲਾਵਾ ਉਹਨਾਂ ਕੋਲ 20 ਦੇ ਕਰੀਬ ਗਾਵਾਂ ਮੱਝਾਂ ਵੀ ਨੇ, ਜਿਨ੍ਹਾਂ ਦਾ ਉਹ ਦੁੱਧ ਵੇਚਦੇ ਆ, ਭਾਵ ਦੁੱਧ ਦਾ ਕਾਰੋਬਾਰ ਵੀ ਕਰਦੇ ਆ। ਉਹ ਕਹਿੰਦੇ ਲਖਬੀਰ ਸਿੰਘ ਟੀਟੂ ਕੋਈ 2 ਮਹੀਨੇ ਪਹਿਲਾਂ ਉਹਨਾਂ ਕੋਲ ਕੰਮਕਾਰ ਵਾਸਤੇ ਆਇਆ ਸੀ। ਹਰ ਰੋਜ਼ ਸਵੇਰੇ ਆਉਂਦਾ ਸੀ, ਸਾਰਾ ਦਿਨ ਕੰਮਕਾਰ ਕਰਦਾ ਸੀ, ਸ਼ਾਮ ਨੂੰ ਉਹ ਵਾਪਸ ਆਪਣੇ ਪਿੰਡ ਪਰਤ ਜਾਂਦਾ ਸੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਟੀਟੂ ਦਾ ਸੁਭਾਅ ਕਿਹੋ ਜਿਹਾ ਸੀ, ਉਹ ਕਹਿੰਦੇ ਟੀਟੂ ਦਾ ਸੁਭਾਅ ਚੰਗਾ ਸੀ, ਸਾਡੇ ਪਰਿਵਾਰ ਦੇ ਵਿੱਚ ਚੰਗੀ ਤਰ੍ਹਾਂ ਘੁਲ ਮਿਲ ਗਿਆ ਸੀ। ਉਹਨਾਂ ਇਹ ਵੀ ਦੱਸਿਆ ਕਿ ਲਖਬੀਰ ਸਿੰਘ ਦੇ ਨਾਲ ਉਹਨਾਂ ਦਾ ਕੋਈ ਪੱਕਾ ਮਿਹਨਤਾਨਾ ਤੈਅ ਨਹੀਂ ਸੀ ਕੀਤਾ ਹੋਇਆ। ਜਿੰਨੇ ਕੁ ਪੈਸੇ ਸਵੇਰ ਤੋਂ ਕੰਮ ਕਰਦਿਆਂ ਸ਼ਾਮ ਨੂੰ ਉਹਨੂੰ ਚਾਹੀਦੇ ਹੁੰਦੇ ਸੀ, ਉਹ ਜਾਣ ਵੇਲੇ ਲੈ ਜਾਂਦਾ ਸੀ। ਪ੍ਰਗਟ ਸਿੰਘ ਨੇ ਇਹ ਵੀ ਦੱਸਿਆ ਕਿ ਅਕਤੂਬਰ ਦਾ ਮਹੀਨਾ ਜਦੋਂ ਚੜ੍ਹਿਆ, ਅਕਤੂਬਰ ਦੇ ਸ਼ੁਰੂ ਹੁੰਦਿਆਂ ਹੀ ਉਹ ਇੱਥੋਂ ਚਲਾ ਗਿਆ ਤੇ ਮੁੜ ਕੇ ਕੰਮ ਤੇ ਆਇਆ ਨਹੀਂ। ਹੁਣ ਇਹਦੇ ਤੋਂ ਬਾਅਦ ਤੁਸੀਂ ਦੇਖੋ ਕਿ ਦੁਸ਼ਹਿਰੇ ਵਾਲੀ ਸਵੇਰ ਉਹਦਾ ਕਤਲ ਹੁੰਦਾ ਹੈ, ਬੀਤੇ ਸ਼ੁੱਕਰਵਾਰ ਨੂੰ ਕਤਲ ਹੁੰਦਾ ਹੈ। ਉਹ ਕਹਿੰਦੇ ਸਾਡੇ ਕੋਲ ਤਾਂ ਅਕਤੂਬਰ ਮਹੀਨੇ ਦੇ ਚੜ੍ਹਦੀ ਸਾਰ ਆਉਣਾ ਬੰਦ ਹੋ ਗਿਆ ਸੀ। ਫਿਰ ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਉਹ ਸਿੰਘੂ ਸਰਹੱਦ ਤੇ ਕਿਵੇਂ ਪਹੁੰਚ ਗਿਆ। ਇਹ ਗੱਲ ਸਮਝ ਤੋਂ ਬਾਹਰ ਦੀ ਹੈ। ਜਦੋਂ ਬੇਅਦਬੀ ਬਾਬਤ ਉਹਨਾਂ ਨੂੰ ਪੁੱਛਿਆ ਗਿਆ ਤਾਂ ਇਹ ਸਵਾਲ ਤੇ ਪ੍ਰਗਟ ਸਿੰਘ ਕਹਿੰਦੇ
कि मैनू नहीं लगता कि वो इस तरह का काम कर सकता है। प्रगट सिंह तो इलावा उन्होंने पिता प्रताप सिंह भी उत्थे सी, पिंड के साबका सरपंच लखविंदर सिंह भी उत्थे सी, पिंड के कुछ मोहतबार लोग भी सी, कुछ बीबियां भी सी। वो कहते जिन्ना क असीं लखबीर सिंह टीटू नूं जाने हैं, वो तो लगता तो है नहीं भाई कि वह बेअदबी कर सकता है, पर हुण पता किसी का कुछ नहीं कि की कौन टक्कर गया तो किवें उहनूं बहला के फुसला के उत्थे लै गया। वो कहते जिन्ना चिर साडे कोल काम करदा सी उन्ना असीं दस सकदे हां कि नशेड़ी जरूर सी पर बंदा चंगा सी। इहदे बारे उहदी भैण नूं भी कहते पता सी। वो कहते लखबीर जिहड़ा फोन जांदा जांदा दस के गया है, ये नंबर तो उन्होंने कंध ते भी लिखिया होना करदी ते उहदी भैण भी मेरे नंबर ते फोन करया करदी सी, भाव लखबीर कोले अपना कोई फोन नहीं सी। हुण ये अपने आप दे विच हैरानी है कि लखबीर दी भैण दूसरे पासे कह रही है कि उहदे कोल फोन हुंदा सी घरे, वो लंबियां लंबियां किसी नाल गल्लां करदा सी। प्रगट सिंह कहंदे उन्हां दे घर जाके वेख लो, उन्हां दी घर दी कंध ते भी मेरा नंबर लिखिया होया है। हो सकदा है कहंदे जदों उहदे ते प्रैशर पिया 10 वजे तैनूं किहने भेजिया दे फोन, असीं उहदे नाल गल करके देखीए कि मेरा फोन नंबर उहनूं चेता सी, इस करके मरण तो पहलां उहने मेरा नंबर अपना खड़ा छडाउण वास्ते दे दित्ता होवे। पर कहंदे मेरा इस घटना नाल कोई संबंध नहीं। पर हुण जांच प्रगट सिंह दी भी होण लग पई होनी है। पर हुण इहदे ते एक होर सवाल खड़ा हो गया कि फिर संधू कौन है? कि सरदार प्रगट सिंह ही संधू ने, जां फिर कोई तीसरा बंदा भी होर संधू भी है, जां फिर जिन्हें फोन लैके दिता सी कोई बंदा होर है, जां जिहदे नाल लंबियां लंबियां गल्लां करदा सी वो होर है। पर एक नवीं परत खुल गई कि जाण तो पहलां जद उहनूं वड्ढिया टुक्किया भी नहीं सी गया, उहदी मौत भी नहीं सी हुई, जदों वो हेठां जमीन ते डिग्गिया होया सी, पैर उहदे बन्ने होए सी, उस वक्त टीटू प्रगट सिंह होरां दा नंबर बोल के जांदा है कि आह बंदे ने मैनूं इत्थे भेजिया। पर हुण पंजाब सरकार ने एक सिट बना दित्ती है, वेखदे हां कि उहदे विच किहदे किहदे तो पुੱਛ पड़ताल हुंदी है। पर जिहड़े निहंग सिंह कहिंदे ने कि भाई उत्थे बेअदबी हो गई, 4 साडे सिंह सी उन्होंने आत्म समर्पण कर दिता, उहने अमन सिंह। हुण ये दोष जिहड़े लखबीर सिंह टीटू के कतल दे लग रहे ने, चारे निहंग सिंह आत्म समर्पण कर चुके हैं। कल तुहाडे नाल खबर साझी कीती सी कि निहंग सिंह कहिंदे आ जिहड़े बाहर ने कि पंजवां कोई बंदा नहीं, पर पुलिस रिमांड विच उन्होंने 3 होर नां लए ने। निहंग सिंह जिहड़ा अमन है, अमन सिंह के ग्रुप नाल चारे तलक रखते हैं। ये अमन सिंह उही है जिन्हां दी केंद्रीय मंत्री नरेंद्र सिंह तोमर अते राकेश चौधरी दे नाल कुछ तस्वीरां वायरल होने तो बाद किरकिरी होण लगी, सुर्खियां विच आ गया। ते अमन सिंह दा मैं ये भी दस दियां कि विवादां नाल कोई नवां रिश्ता नहीं, ये पुराना रिश्ता है। निहंग अमन सिंह के खिलाफ नशा तस्करी, कुੱਟਮਾਰ ਦੇ ਤੇ कई होर अपराधिक केस भी दर्ज ने ते उन्हां दियां इस वक्त अदालतां दे विच सुणवाइयां चल रहीआं ने। निहंग अमन सिंह जानकारी अनुसार कुछ समा पहलां कपूरथला की सेंट्रल जेल दे विच भी बंद रहा है। मिली जानकारी के अनुसार पंजाब के बरनाला जिले के महल कलां थाणे दे विच पुलिस ने 14 जनवरी 2018 नूं एक छापेमारी की सी। छापेमारी के दौरान जरनैल सिंह पिंड रंगिया कोठे जिला बरनाला, रेशम सिंह निवासी गरचा रोड बरनाला, कुलविंदर सिंह, हरजीत सिंह और बलकार सिंह होरां दे कोलों 9 क्विंटल तो कुछ ग्राम वध गांजा बरामद किया सी। असल दे विच पुलिस नूं एक सूचना मिली सी, गुप्त सूचना मिलण ते छापेमारी की सी, गांजा भी मिल गया सी ते गिरफ्तारियां भी हो गई सी। जदों जांच पड़ताल की तो पता लग्या कि बंदा इहदे पिछे एक होर है, वो निहंग अमन सिंह, इहनूं बाबा भी कहिंदे है ते पिंड इहदा धूरी दे नेड़े बब्बनपुर जिला संगरूर है। ते इस केस दे विच निहंग अमन सिंह नूं भी नामजद कर लिया सी। संगरूर की स्पैशल कोर्ट दे विच मामले की सुनवाई चल रही है। ते यह भी जानकारी मिली है कि निहंग अमन सिंह के खिलाफ जलंधर की रामा मंडी थाणे विच भी कुੱਟਮਾਰ दे 4 अपराधिक केस दर्ज ने। हुण तुसीं देखो कि जिहड़ा रामा मंडी थाणे विच पहला केस आ वो 30 मई 2013 नूं IPC धारा 325 324 के तहत दर्ज किया होया है। रामा मंडी थाणे दे विच ही अमन सिंह के उत्ते जुलाई 2017 ते अक्तूबर 2013 नूं भी IPC ਦੀਆਂ ਧਾਰਾਵਾਂ 447 511 107 151 ਦੇ तहत मामले दर्ज ने। इन्हां विचों एक केस दे विचों सेंट्रल जेल कपूरथला दे विच बंद भी रह चुका है। जदों अमन सिंह निहंग दे पिंड बब्बनपुर दे विच जाके इहदे बाबत जानकारी एकत्र करने की कोशिश की कि पता तो लगे
कि निहंग अमन सिंह किहो जी शख्सियत का जां किहो जी करतूत का मालक है, तो पता लग्या कि अमन सिंह के मापिਆਂ की हालत बड़ी तरसयोग है। वो किसी के घर में रहिंदे ने अते पिंड दे लोग उन्होंने मदद करते हैं। निहंग अमन सिंह के पिता की जिहड़ी उम्र है वो तकरीबन 60 क साल है, तो नाम उन्होंने ज्ञान सिंह है। वो कैंसर के मरीज ने अते माता का नाम करमजीत कौर है, तो वह भी बीमार रहिंदे ने। निहंग अमन सिंह के पिता ज्ञान सिंह ने दस्सिया कि अमन बचपन दे विच कबड्डी खेडिया करदा सी, चाल चलन भी ठीक सी, वो नशा भी कोई नहीं सी करदा, पर पढ़ाई दे विच उहदी दिलचस्पी कोई नहीं सी। वो कहते कुछ क समा पहलां वो निहंग सिंघां दीआं जथेबंदियां दे संपर्क विच आ गया, जिस तो बाद अमन पूरी तरह बदल गया। अमन का सुभाव बदल गया, जिस दे कारण उन्होंने 17 अप्रैल 2018 ਨੂੰ बेदखल कर दिता। हुण बेदखल करन दा भी मकसद है, क्योंकि अमन सिंह कोई ना कोई टंडफौड़ी खड़ी रखता सी, पुलिस वाले घड़ीसते रहिंदे सी मापिਆਂ ਨੂੰ। वो कहते असीं तां किसी दे घर दे विच रह के गुजारा करते हैं, पुलिस सानू हाले भी तंग करती रहती है, मानसिक तौर पर परेशान करती रहती है, पर अमन दे नाल साडा कोई नाता कोई वास्ता है नहीं, पिंड विच उहदा आउण जाण कोई नहीं। पर जिहड़े कहंदे दिल्ली ਸਿੰਘੂ सरहद ते घटना वापर गई, उहदी जांच पड़ताल होनी चाहिए है। हुण तुसीं देखो कि दुनिया सुधारन तुरिया होया निहंग अमन सिंह, पर मापे उहदे तो किन्ने दुखी होणगे जिन्हां ने अपने ढिड्डों जम्मे नूं अपने खून नूं बेदखल कीता होया है। पिंड दे लोग भी उहदे बाबत बहुता बोलना नहीं चाहुंदे। वो कहंदे सानूं पता है किहो जिहियां करतूतां दा मालक है। ये पिंड बब्बनपुर दे विच जाके टीम ने जदों पता कीता ते उत्थों जानकारी मिली है कि मापिਆਂ ਦਾ ਉਹ बेदखल कीता होया है। मापे अत दर्जे की गरीबी विच अते तंगी दे दिन गुजार रहे ने, ते ਉਹ आप केंद्री मंत्रियों दे बैठ के भोज कर रहे हैं अते सालसी बन रहा है, विचोला बन रहा है। ते हुण कैप्टन अमरिंदर सिंह संकेत तो उन्होंने उस दिन दे दिते सी कि कांग्रेस च रहना नहीं, देखूंगा बादल सारे खुले ने। हुण वो बादल जिहड़े खुले ने उन्होंने संकेत दे दिते कि नवीं पार्टी बनाओ, तो तिन्ने खेती कानून का मसला भी मैं हल करवा लेना, तो भाजपा दे नाल गठ जोड़ दे संकेत भी दे दिते है। इहदे तो बाद पंजाब की सियासत दे विच सचमुच एक भुचाल आके खड़ा हो गया। सिर्फ कांग्रेस ही उहदे खिलाफ नहीं मोर्चा खोल रहे, सिर्फ इक्को एक पार्टी है जिहड़ी कैप्टन अमरिंदर सिंह की सिफत जां सिफतां कर रही है, वह है भारतीय जनता पार्टी। बाकियां जिन्नियां भी पार्टियां ने बाकी दियां सारियां कैप्टन अमरिंदर सिंह ते तिखे हमले कर रही ने। जिथे कांग्रेसी आगूआं ने कैप्टन नूं मौका प्रस्त दस्सिया, उहनूं पार्टी का गदार दस्सिया, उत्थे भारतीय जनता पार्टी के आगू कैप्टन नूं राष्ट्रवादी नेता दस रहे हैं। यह भी तुसीं देखो कि कैप्टन दे नाल किसी समय बहुत नज़दीकियां च रहे पंजाब के उप मुख मंत्री सुखजिंदर सिंह रंधावा। वो कहते मौका प्रस्त है, ये पार्टी का गदार है। जिन्ना मान सन्मान कांग्रेस ने कैप्टन अमरिंदर सिंह नूं दिता किसी तो नहीं दिता जाना, पर कहते साबका मुख मंत्री प्रकाश सिंह बादल ने 1997 दे विच कैप्टन नूं टिकट ना दे के सब तो वध जलील कीता सी। उस तो बाद कैप्टन की कदे जलालत हो ही नहीं सकती। वो कहते पंजाब नूं किसी होर तो खतरा नहीं, जेकर पंजाब नूं खतरा है तो कैप्टन की गदारी तो है, कैप्टन के धोखे तो खतरा है। सिक्ख्या मंत्री प्रगट सिंह वो कहते 650 तो वध किसानां दी मौतां दा जिम्मेवार कौन है? इसदा जवाब कैप्टन अमरिंदर सिंह नूं देना पऊ। वो कहते जेकर हुण कहंदा है मैं खेती कानून का मसला छेती हल कर दूँ तो भाजपा नाल समझौता कर लूँ, जदों मुख्य मंत्री सी उदों हल क्यों नहीं किया? इसदा मतलब जवाबदेही तय करनी पऊ। वो कहते 3 वारी दिल्ली गया, 3 वारी चंद चाड़ के मुड़िया। एक वारी गया झोने की खरीद अगे पवाया, दूसरी वारी गया 15 तो लैके 50 किलोमीटर का BSF का दायरा वधाया, तो हुण तक कहते चंद नवां ही चाढ़न नूं फिरदा। इस तरह अमरिंदर राजा वड़िंग ने वो कहते कैप्टन उही करते हैं जो उन्होंने अजीत डोभाल कहते हैं, अकाली दल के प्रधान सुखबीर बादल कहते हैं, जो बिक्रम सिंह मजीठिया भाव उन्होंने भतीजे कहते हैं। हुण कांग्रेस मामलों के इंचार्ज ने हरीश रावत भी इस मसले ते बोले। वो कहते जेकर कैप्टन भाजपा च जाना चाहता चले जाण, असीं कहते कैप्टन के खिलाफ कोई एक्शन लिया, असीं उन्होंने मुख्य मंत्री का अहुदा दिता सी, अहुदे तो अस्तीफा कैप्टन ने खुद दिता है। कहते असीं तां चाहुंदे सी कि विधायक दल की मीटिंग सद्दी है, उहदे च आके अपना पक्ष रख देण, वो आई नहीं, पहलां अस्तीफा दे दिता।
ਉਹ ਕਹਿੰਦੇ 10 ਮਹੀਨਿਆਂ ਤੋਂ ਵੱਧ ਹੋ ਗਿਆ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ ਧਰਨਾ ਮਾਰ ਕੇ ਬੈਠੇ ਹੈ। ਇਹਨਾਂ ਮਹੀਨਿਆਂ ਦੇ ਦੌਰਾਨ ਕਿਸਾਨਾਂ ਨੂੰ ਤਕਲੀਫਾਂ ਵੀ ਪੇਸ਼ ਆਈਆਂ ਨੇ, ਕਿਸਾਨਾਂ ਦੀਆਂ ਮੌਤਾਂ ਵੀ ਹੋਈਆਂ ਨੇ। ਫਿਰ ਉਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ? ਉਹ ਕਹਿੰਦੇ ਕਿ ਕਿਸਾਨਾਂ ਨੂੰ ਧਰਨੇ ਲਾਉਣ ਲਖੀਮਪੁਰ ਖੀਰੀ ਵਾਲੀ ਘਟਨਾ ਕਿਹਨੇ ਘਟਾਈ? ਭਾਰਤੀ ਜਨਤਾ ਪਾਰਟੀ ਨੇ। ਕੀ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਮੁਆਫ ਕਰ ਸਕਦੇ ਆ? ਜੇ ਭਾਰਤੀ ਜਨਤਾ ਪਾਰਟੀ ਅੱਜ ਉਹਨਾਂ ਨੂੰ ਚੰਗੀ ਲੱਗਦੀ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਕੈਪਟਨ ਅਮਰਿੰਦਰ ਸਿੰਘ ਚੰਗੇ ਲੱਗਦੇ ਹੈ ਤਾਂ ਕਹਿੰਦੇ ਜਵਾਬ ਦੇਣ। ਤੇ ਦੂਸਰੇ ਪਾਸੇ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਨੇ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦਾ ਕਹਿਣਾ ਹੈ ਕਿ ਕਿਸਾਨੀ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ, ਪਰ ਕੈਪਟਨ ਹਾਲੇ ਕਾਂਗਰਸ ਪਾਰਟੀ ਵਿੱਚ ਹੈ। ਉਹਨੇ ਕਾਂਗਰਸ ਤੋਂ ਅਸਤੀਫਾ ਨਹੀਂ ਦਿੱਤਾ, ਕਾਂਗਰਸ ਤੋਂ ਬਾਹਰ ਆਊਗਾ, ਫਿਰ ਦੇਖ ਲਾਂਗੇ ਅਗਲਾ ਫੈਸਲਾ ਕੀ ਲੈਣਾ ਹੈ। ਤੇ ਦੂਸਰੇ ਪਾਸੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਨੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਕਿਹਾ ਹੈ ਕਿ ਕਿਸਾਨੀ ਇੱਕੋ ਹੀ ਮਸਲਾ ਨਹੀਂ, ਕਿਸਾਨਾਂ ਦੇ ਸਮੇਤ ਹੋਰ ਵੀ ਕਈ ਮਸਲੇ ਹੈ। ਆਗਾਮੀ ਚੋਣਾਂ ਵਿੱਚ ਕਿਸ ਪਾਰਟੀ ਨਾਲ ਗੱਠਜੋੜ ਕਰਨਾ ਹੈ ਇਹਦੇ ਬਾਰੇ ਪਾਰਟੀ ਨੇ ਫੈਸਲਾ ਲੈਣਾ ਹੈ। ਪਰ ਉਹ ਕਹਿੰਦੇ ਜਿੰਨੀ ਦੇਰ ਤੱਕ ਇਹ ਕਾਨੂੰਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਕਿਸ ਨਾਲ ਸਮਝੌਤਾ ਨਹੀਂ ਕਰਦੇ। ਪਰ ਮੈਂ ਦੱਸ ਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਆਗੂਆਂ ਦਾ ਨਾਂ ਲਿਆ ਸੀ ਕਿ ਮੈਂ ਇਹਨਾਂ ਨਾਲ ਵੀ ਸਮਝੌਤਾ ਕਰ ਸਕਦਾ, ਪਰ ਮੈਂ ਇੱਥੇ ਇੱਕ ਹੋਰ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਤੀਸਰੇ ਮੋਰਚੇ ਨੂੰ ਕਦੇ ਪੰਜਾਬ ਦੇ ਲੋਕਾਂ ਨੇ ਘਾਹ ਪਾਇਆ ਨਹੀਂ। ਕਿ ਕੈਪਟਨ ਅਮਰਿੰਦਰ ਸਿੰਘ ਤੀਸਰਾ ਮੋਰਚਾ ਬਣਾ ਕੇ ਇਸ ਢਲ ਰਹੀ ਉਮਰ ਦੇ ਵਿੱਚ ਕਰਨਾ ਕੀ ਚਾਹੁੰਦੇ ਹੈ ਜਿਹੜਾ ਪਹਿਲੀਆਂ ਆਪਣੀਆਂ ਲਗਭਗ ਪੌਣੇ 2 ਟਰਮਾਂ ਵਿੱਚ ਕਰ ਨਾ ਸਕੇ? ਆਮ ਆਦਮੀ ਪਾਰਟੀ ਵਾਲੇ ਵੀ ਚੁੱਪ ਨਹੀਂ ਰਹੇ। ਆਮ ਆਦਮੀ ਪਾਰਟੀ ਦੇ ਆਗੂ ਨੇ ਰਾਘਵ ਚੱਡਾ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਉਹਨੂੰ ਰੋਕਣ ਦੇ ਵਾਸਤੇ ਪ੍ਰਧਾਨ ਮੰਤਰੀ ਮੋਦੀ ਦੇ ਇਸ਼ਾਰੇ ਤੇ ਉਹ ਇੱਕ ਨਵੀਂ ਪਾਰਟੀ ਬਣਾਉਣ ਦਾ ਸਿਰਫ ਤੇ ਸਿਰਫ ਇੱਕ ਡਰਾਮਾ ਕਰ ਰਹੇ ਨੇ। ਇਸ ਤਰ੍ਹਾਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਦਾ ਵੀ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲਾਂ ਦੇ ਵਿੱਚ ਦੱਸੇ ਤਾਂ ਸਹੀ ਕੀ ਕੀਤਾ ਤੇ ਹੁਣ ਕਿਹੜਾ ਨਵਾਂ ਚੰਦ ਚੜ੍ਹ ਦੂ, ਹੁਣ ਕੀ ਕਰ ਦੂ। ਉਹ ਕਹਿੰਦੇ ਜਿਹੜੀ ਪਾਰਟੀ ਨੇ ਕਿਸਾਨਾਂ ਵਿਰੁੱਧ ਕਾਨੂੰਨ ਬਣਾਏ ਕੈਪਟਨ ਤਾਂ ਉਹਦੇ ਨਾਲ ਹੀ ਸਮਝੌਤਾ ਕਰਨ ਦੀਆਂ ਗੱਲਾਂ ਕਰ ਰਿਹਾ ਹੈ, ਪਰ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਕੈਪਟਨ ਦਾ ਹੇਜ ਤੇ ਕੈਪਟਨ ਨੂੰ ਭਾਰਤੀ ਜਨਤਾ ਪਾਰਟੀ ਦਾ ਹੇਜ ਆ ਰਿਹਾ ਹੈ। ਹਰਜੀਤ ਗਰੇਵਾਲ ਅਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਭਾਰਤ ਨੂੰ ਪਿਆਰ ਕਰਨ ਵਾਲਾ ਇੱਕ ਰਾਸ਼ਟਰਵਾਦੀ ਨੇਤਾ ਹੈ। ਕੈਪਟਨ ਤੇ ਭਾਜਪਾ ਦੀ ਵਿਚਾਰਧਾਰਾ ਵੀ ਮਿਲਦੀ ਹੈ। ਕਿਸੇ ਵੀ ਪਾਰਟੀ ਨਾਲ ਚੋਣ ਸਮਝੌਤੇ ਬਾਰੇ ਫੈਸਲਾ ਤਾਂ ਕਹਿੰਦੇ ਹਾਈ ਕਮਾਨ ਕਰੂ, ਪਰ ਜੇਕਰ ਰਾਸ਼ਟਰਵਾਦੀ ਤਾਕਤਾਂ ਇਕੱਠੀਆਂ ਹੋ ਕੇ ਚੋਣਾਂ ਲੜਨਗੀਆਂ ਤਾਂ ਪੰਜਾਬ ਦਾ ਭਲਾ ਹੋਵੇਗਾ। ਤੇ ਆਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ। ਉਹ ਕਹਿੰਦੇ ਓਨੀ ਦੇਰ ਤੱਕ ਸਿਆਸਤ ਨਹੀਂ ਛੱਡਦਾ, ਉਹਦੇ ਵਾਸਤੇ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ ਜਿੰਨੀ ਦੇਰ ਤੱਕ ਪੰਜਾਬ ਦਾ ਭਲਾ ਨਹੀਂ ਹੋ ਜਾਂਦਾ। ਉਹ ਭਲਿਆ ਮਾਨਸਾ ਇੱਕ ਟਰਮ ਪਹਿਲਾਂ ਪੂਰੀ ਕੀਤੀ, ਉਦੋਂ ਭਲਾ ਕਿਉਂ ਨਹੀਂ ਕੀਤਾ? 4.5 ਸਾਲ ਫਿਰ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਰਹੇ, ਕਿਉਂ ਭਲਾ ਨਹੀਂ ਕੀਤਾ? ਹੁਣ ਕਾਨੂੰਨ ਵੀ ਰੱਦ ਕਰਵਾ ਦਿਓਗੇ, ਹੁਣ ਕਹਿੰਦੇ ਹੋ ਪੰਜਾਬ ਨੂੰ ਖਤਰਾ ਸੀ, BSP ਦਾ ਘੇਰਾ ਵੀ ਵਧਾਉਣਾ ਚਾਹੀਦਾ। ਆਪ ਦੱਸ ਦਿਓ, ਗ੍ਰਹਿ ਮੰਤਰੀ ਵੀ ਤੁਸੀਂ, ਮੁੱਖ ਮੰਤਰੀ ਵੀ ਤੁਸੀਂ, ਉਦੋਂ ਕਿਹੜੀ ਤਰਕ ਕਿਹੜੀ ਦਲੀਲ ਦਿੱਤੀ ਸੀ? ਅਗਲੀ ਖਬਰ ਇਹ ਵੀ ਖੇਤੀ ਕਾਨੂੰਨਾਂ ਦੇ ਨਾਲ ਤੇ ਲਖੀਮਪੁਰ ਖੀਰੀ ਘਟਨਾ ਦੇ ਨਾਲ ਜੁੜੀ ਹੈ। ਭਾਰਤ ਦੀ ਸਭ ਤੋਂ ਵੱਡੀ ਅਦਾਲਤ, ਸਿਖਰਲੀ ਅਦਾਲਤ, ਸਰਵਉੱਚ ਅਦਾਲਤ ਨੇ ਲਖੀਮਪੁਰ ਖੀਰੀ ਕੇਸ ਦੇ ਵਿੱਚ ਚੱਲ ਰਹੀ ਜਾਂਚ ਦੇ ਵਿੱਚ ਮੁੜ ਤੋਂ ਜਿਸ ਤਰ੍ਹਾਂ ਪਹਿਲਾਂ ਝਾੜਿਆ ਸੀ ਨਾ, ਝੰਬਿਆ ਸੀ ਯੂਪੀ ਸਰਕਾਰ ਨੂੰ, ਇੱਕ ਵਾਰੀ ਫੇਰ ਝੰਬਿਆ। ਪੁਲਿਸ ਦੇ ਉੱਤੇ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ। ਮਾਣਯੋਗ ਅਦਾਲਤ ਨੇ ਕਿਹਾ ਕਿ ਯੂਪੀ ਸਰਕਾਰ ਇਸ ਖਿਆਲ ਨੂੰ ਭੁੱਲ ਜੇ ਕਿ ਇਹਦੇ ਨਾਲ ਕਿ ਅਸੀਂ ਇਹਨੂੰ ਮਾਮਲੇ ਨੂੰ ਹੌਲੀ ਹੌਲੀ ਤੋੜੀ ਰੱਖਾਂਗੇ। ਉਹ ਕਹਿੰਦੇ ਭੁੱਲ ਜੇ ਇੰਜ ਨਹੀਂ ਕੇਸ ਚੱਲਦੇ ਹੁੰਦੇ। ਤੇ ਨਾਲ ਉਹਨਾਂ ਨੇ ਕਿਹਾ ਕਿ ਕੇਸ ਨਾਲ ਜਿਹੜੇ ਸੰਬੰਧਿਤ ਗਵਾਹ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਇਹ ਹਦਾਇਤ ਵੀ ਦਿੱਤੀ। ਪਰ ਨਾਲ ਇਹ ਵੀ ਕਿਹਾ ਕਿ ਇਹਨਾਂ ਦੇ ਬਿਆਨ ਜਿਹੜੇ ਗਵਾਹ ਨੇ ਮੈਜਿਸਟ੍ਰੇਟ ਅੱਗੇ ਰਿਕਾਰਡ ਕਰਨੇ ਯਕੀਨੀ ਬਣਾਏ ਜਾਣ। ਤੇ ਅਦਾਲਤ ਨੇ ਕੇਸ ਦੀ ਸੁਣਵਾਈ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕੀਤੀ ਜਾਵੇ, ਬੇਨਤੀ ਕੀਤੀ ਸੀ। ਉਹ ਕਹਿੰਦੇ ਨਾ, ਅਸੀਂ ਸ਼ੁੱਕਰਵਾਰ ਨੂੰ ਸੁਣਵਾਈ ਨਹੀਂ ਕਰ ਸਕਦੇ ਤੇ ਅਗਲੀ ਸੁਣਵਾਈ 26 ਅਕਤੂਬਰ ਦੀ ਪਾ ਦਿੱਤੀ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ NV ਰਾਮੰਨਾ, ਜਸਟਿਸ ਸੂਰਿਆਕਾਂਤ ਅਤੇ ਹਿਮਾ ਕੋਹਲੀ ਦੇ ਬੈਂਚ ਨੇ ਕਿਹਾ ਕਿ ਸਾਨੂੰ ਲੱਗਦਾ ਹੈ, ਯੂਪੀ ਪੁਲਿਸ ਨੂੰ ਕਿਹਾ ਕਿ ਸਾਨੂੰ ਲੱਗਦਾ ਕਿ ਤੁਸੀਂ ਆਪਣੇ ਪੈਰ ਪਿਛਾਂਹ ਖਿੱਚ ਰਹੇ ਹੋ, ਕਿਰਪਾ ਕਰਕੇ ਇਸ ਖਿਆਲ ਨੂੰ ਦੂਰ ਕੀਤਾ ਜਾਵੇ ਕਿ ਜਾਂਚ ਕਦੇ ਵੀ ਖਤਮ ਨਾ ਹੋਣ ਵਾਲੀ ਕਹਾਣੀ ਵਾਂਗ ਨਹੀਂ ਅੱਗੇ ਵਧਣੀ ਚਾਹੀਦੀ। ਤੇ ਨਾਲ ਉਹਨਾਂ ਨੇ ਇਸਤਗਾਸਾ ਪੱਖ ਨੂੰ ਕਿਹਾ ਕਿ ਕੁੱਲ 44 ਦੇ ਵਿੱਚੋਂ 40 ਦੇ ਕਰੀਬ ਗਵਾਹਾਂ ਦੇ ਜਿਹੜੇ ਬਿਆਨ ਨੇ
ਜੁਡੀਸ਼ੀਅਲ ਮੈਜਿਸਟ੍ਰੇਟ ਦੇ ਅੱਗੇ CRPC ਧਾਰਾ 164 ਦੇ ਅਧੀਨ ਹੁਣ ਤੱਕ ਕਲਮਬੰਦ ਕਿਉਂ ਨਹੀਂ ਕੀਤੇ ਗਏ, ਇਸ ਮਸਲੇ ਤੇ ਵੀ ਮਾਨਯੋਗ ਅਦਾਲਤ ਨੇ ਇਤਰਾਜ਼ ਪ੍ਰਗਟਾਇਆ। ਇਹਦੇ ਨਾਲ ਹੀ ਬੈਂਚ ਨੇ ਸੁਣਵਾਈ ਵਾਲੇ ਦਿਨ ਸਟੇਟ ਸਪੋਰਟਸ ਜਿਹੜੀ ਦਖਲ ਕੀਤੀ ਗਈ ਉਹ ਤੇ ਵੀ ਉਜ਼ਰ ਪ੍ਰਗਟਾਇਆ। ਮੁੱਖ ਜੱਜ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਅਸੀਂ ਪਿਛਲੀ ਰਾਤ ਵੱਡੇ ਤੜਕੇ 1 ਵਜੇ ਤੱਕ ਸਟੇਟਸ ਰਿਪੋਰਟ ਫਾਈਲ ਕੀਤੇ ਜਾਣ ਦੀ ਉਡੀਕ ਕਰਦੇ ਰਹੇ, ਪਰ ਸਾਡੇ ਕੋਲ ਕੋਈ ਰਿਪੋਰਟ ਆਈ ਹੋਈ ਨਹੀਂ। ਦੱਸਣਾ ਬਣਦਾ ਕਿ ਯੂਪੀ ਸਰਕਾਰ ਦੇ ਵੱਲੋਂ ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਅਤੇ ਇੱਕ ਹੋਰ ਵਕੀਲ ਗਰਿਮਾ ਪ੍ਰਸਾਦ ਪੇਸ਼ ਹੋਏ ਸਨ। ਉਹਨਾਂ ਨੇ ਕਿਹਾ ਕਿ ਸਟੇਟਸ ਰਿਪੋਰਟ ਬੁੱਧਵਾਰ ਨੂੰ ਇੱਕ ਸੀਲਬੰਦ ਲਿਫਾਫੇ ਵਿੱਚ ਪੇਸ਼ ਕੀਤੀ ਗਈ। ਉਹਨਾਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਸੀਲਬੰਦ ਰਿਪੋਰਟ ਹੈ ਤਾਂ ਕਿ ਸਿਰਫ ਤੇ ਸਿਰਫ ਇਸ ਰਿਪੋਰਟ ਨੂੰ ਕੋਰਟ ਹੀ ਪੜ੍ਹੇ। ਬੈਂਚ ਨੇ ਇਹ ਵੀ ਕਿਹਾ ਕਿ ਸ਼੍ਰੀਮਾਨ ਸਾਲਵੇ, ਤੁਹਾਡਾ ਕਹਿਣਾ ਹੈ ਕਿ ਪੁਲਿਸ ਨੇ ਹੁਣ ਤੱਕ 44 ਗਵਾਹਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਇਹਨਾਂ ਵਿੱਚੋਂ 4 ਗਵਾਹਾਂ ਦੇ ਬਿਆਨ ਹੀ CRPC ਦੀ ਧਾਰਾ 164 ਧਾਰਾ ਕੀ ਹੁੰਦੀ ਹੈ? 164 ਧਾਰਾ ਦਾ ਭਾਵ ਹੁੰਦਾ ਕਿ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਅੱਗੇ ਬਿਆਨ ਕਲਮਬੰਦ ਕੀਤੇ ਜਾਣ। ਉਹ ਕਹਿੰਦੇ ਬਾਕੀ ਜਿਹੜੇ ਬਚਦੇ 40 ਗਵਾਹ ਨੇ, ਮਿਸਟਰ ਸਾਲਵੇ ਸਾਨੂੰ ਇਹ ਦੱਸਿਓ ਕਿ ਉਹਨਾਂ ਦੇ ਬਿਆਨ ਹੁਣ ਤੱਕ ਦਰਜ ਕਿਉਂ ਨਹੀਂ ਕੀਤੇ ਗਏ। ਅਦਾਲਤ ਨੇ ਕਿਹਾ ਕਿ ਉਹ ਇਸ ਕੇਸ ਹੈ ਜਿਹੜਾ ਉਹਦੇ ਵਿੱਚ 2 FIR ਨੇ, ਮੈਂ ਦੱਸ ਦਿਆਂ, ਇੱਕ ਕਿਸਾਨਾਂ ਦੇ ਖਿਲਾਫ ਹੈ ਤੇ ਇੱਕ ਮੋਨੂ ਮਿਸ਼ਰਾ ਤੇ ਹੋਰਨਾਂ ਦੇ ਖਿਲਾਫ ਹੈ। ਉਹਨਾਂ ਨੇ ਪੁੱਛਿਆ ਕਿ ਪਹਿਲੀ ਜਿਹੜੀ FIR ਦਰਜ ਕੀਤੀ ਹੋਈ ਹੈ ਉਹਦੇ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਮੁਲਜ਼ਮਾਂ ਦੀ ਗਿਣਤੀ ਕਿੰਨੀ ਹੈ, ਹੁਣ ਤੱਕ ਉਹਦੇ ਵਿੱਚ ਕਿੱਥੇ ਤੱਕ ਜਾਂਚ ਪੜਤਾਲ ਕੀਤੀ ਗਈ ਹੈ। ਇਸ ਸਵਾਲ ਦਾ ਜਵਾਬ ਮਿਸਟਰ ਸਾਲਵੇ ਨੇ ਕਿਹਾ ਕਿ ਕੁੱਟ-ਕੁੱਟ ਕੇ ਕੀਤੀ ਜਾਣ ਵਾਲੀ ਹੱਤਿਆ ਜਾਂ ਹੱਤਿਆਵਾਂ ਦੇ ਕੇਸ ਦੀ ਜਾਂਚ ਥੋੜੀ ਮੁਸ਼ਕਲ ਹੁੰਦੀ ਹੈ, ਕਿਉਂਕਿ ਕਿਸਾਨਾਂ ਦਾ ਇੰਨਾ ਵੱਡਾ ਇਕੱਠ ਸੀ, ਉਹਦੇ ਵਿੱਚੋਂ ਪਤਾ ਲਗਾਉਣਾ ਬੜਾ ਔਖਾ ਹੈ ਕਿ ਕਿਹਨੇ ਕੁੱਟਿਆ ਕਿਹਨੇ ਮਾਰਿਆ। ਜਾਂਚ ਅਸੀਂ ਕਰ ਰਹੇ ਹਾਂ। ਪਰ ਜਿਸ ਤਰ੍ਹਾਂ ਪਿਛਲੀ ਦਿਨੀ ਮਾਨਯੋਗ ਅਦਾਲਤ ਨੇ ਮਿਸਟਰ ਸਾਲਵੇ ਨੂੰ ਝਾੜਿਆ ਸੀ, ਯੂਪੀ ਸਰਕਾਰ ਨੂੰ ਝਾੜਿਆ ਸੀ, ਯੂਪੀ ਪੁਲਿਸ ਨੂੰ ਝਾੜਿਆ ਸੀ, ਸੁਪਰੀਮ ਕੋਰਟ ਨੇ ਲਗਭਗ ਉਸੇ ਤਰ੍ਹਾਂ ਦੀ ਝਾੜ ਝੰਬ ਦੁਬਾਰਾ ਕੀਤੀ ਹੈ। ਇੱਥੋਂ ਇੱਕ ਗੱਲ ਤਾਂ ਸਾਹਮਣੇ ਹੈ ਕਿ ਯੂਪੀ ਪੁਲਿਸ ਸੁਹਿਰਦਤਾ ਦੇ ਨਾਲ ਇਸ ਕੇਸ ਨੂੰ ਹਲੇ ਨਹੀਂ ਲੈ ਰਹੀ, ਕਿਉਂਕਿ ਕੇਂਦਰ ਦੇ ਵਿੱਚ ਵਜ਼ੀਰ ਨੇ, ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਅਜੇ ਮਿਸ਼ਰਾ, ਉਹਨਾਂ ਦੇ ਪੁੱਤਰ ਆਸ਼ੀਸ਼ ਜਾਂ ਮੋਨੂ ਮਿਸ਼ਰਾ ਕਮਾ, ਉਹ ਇਸ ਕੇਸ ਦੇ ਵਿੱਚ ਮੁੱਖ ਮੁਲਜ਼ਮ ਨੇ, ਦੋਸ਼ੀ ਨੇ। ਵੇਖੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਬੀਤੀ ਝਾੜ ਝੰਬ ਤੋਂ ਬਾਅਦ ਜਦੋਂ ਕੀਤੀ ਸੀ, ਯੂਪੀ ਪੁਲਿਸ ਥੋੜੀ ਹਰਕਤ ਵਿੱਚ ਆਈ ਸੀ, ਸੁਹਿਰਦ ਹੋਈ ਸੀ, ਉਹਦੇ ਤੋਂ ਬਾਅਦ ਗ੍ਰਿਫਤਾਰੀਆਂ ਕੀਤੀਆਂ ਸੀ ਕਿ ਆਹ ਝਾੜ ਝੰਬ ਤੋਂ ਬਾਅਦ ਕੋਈ ਮਾੜੀ ਮੋਟੀ ਹੋਸ਼ ਸੰਭਾਲਦੀ ਆ ਜਾਂ ਨਹੀਂ। ਸੋ ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।